ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਸੋ ਆਪ ਜੀ ਨੇ ਕੱਲ੍ਹ ਜੋ ਵੀਡੀਓ 'ਚ ਦਰਸ਼ਨ ਕੀਤੇ ਸਨ, ਜਿੱਥੇ ਭਗਤ ਨਾਮਦੇਵ ਜੀ ਨੇ ਸ਼ੇਰ ਦੇ ਰੂਪ ਵਿੱਚ ਪਰਮਾਤਮਾ ਦੇ ਦਰਸ਼ਨ ਕੀਤੇ ਸਨ। ਇਸ ਸਥਾਨ 'ਤੇ ਭਗਤ ਨਾਮਦੇਵ ਜੀ ਆਪਣੇ ਬਾਲਕ ਸਾਥੀਆਂ ਦੇ ਨਾਲ ਖੇਡਦੇ ਸਨ। ਸੋ ਅਸਲ ਜੋ ਜਨਮ ਸਥਾਨ ਹੈ, ਅਸੀਂ ਉਹ ਵੀ ਤੁਹਾਨੂੰ ਉਹਨਾਂ ਦੇ ਦਰਸ਼ਨ ਕਰਾਵਾਂਗੇ। ਅੱਜ ਅਸੀਂ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਜਿੱਥੇ ਦਿਹਰਾ ਫੇਰਿਆ ਸੀ ਭਗਤ ਨਾਮਦੇਵ ਜੀ ਦੀ ਵਡਿਆਈ ਹੋਈ। ਤੇ ਇਸ ਸਥਾਨ 'ਤੇ ਜੋ ਆਪ ਦਰਸ਼ਨ ਕਰ ਰਹੇ ਹੋ, ਇਹ ਚੱਕੀ ਉਸ ਸਮੇਂ ਦੀ ਹੈ। ਤੇ ਉਸ ਸਮੇਂ ਦੇ ਵਿੱਚ ਪੰਡਤਾਂ ਦਾ ਰਾਜ ਸੀ, ਪੰਡਤਾਂ ਦਾ ਬੋਲ ਬਾਲਾ ਸੀ, ਬ੍ਰਾਹਮਣਾਂ ਦਾ ਬੋਲ ਬਾਲਾ ਸੀ। ਤੇ ਕੋਈ ਵੀ ਨੀਵੀਂ ਜਾਤ ਦਾ ਜੋ ਇਨਸਾਨ ਸੀ, ਉਹ ਪਰਮਾਤਮਾ ਦਾ ਨਾਮ ਨਹੀਂ ਲੈ ਸਕਦਾ ਸੀ। ਉੱਚੇ ਘਰਾਣੇ ਦੇ ਹੁੰਦਿਆਂ ਇਹ ਜੋ ਬ੍ਰਾਹਮਣ ਸੀ, ਇਹਨਾਂ ਨੂੰ ਹਉਮੈ ਸੀ। ਤੇ ਜੋ ਆਪ ਦਰਸ਼ਨ ਕਰ ਰਹੇ ਹੋ ਇਸ ਮੰਦਰ ਦੇ ਵਿੱਚ, ਜੋ ਇਹ ਸਰੋਵਰ ਹੈ, ਅੰਮ੍ਰਿਤ ਕੁੰਡ ਹੈ, ਇਸ ਦੇ ਵਿੱਚ ਜੋ ਆਪ ਦਰਸ਼ਨ ਕਰੋ, ਸਾਫ ਪਾਣੀ ਹੈ, ਨਿਰਮਲ ਜਲ ਹੈ, ਤੇ ਦੂਸਰੇ ਪਾਸੇ ਕਾਲਾ ਹੈ। ਤੇ ਇਸ ਸਮੇਂ ਤੁਹਾਨੂੰ ਦੱਸਾਂਗੇ ਕਿ ਇਹ ਪੰਡਤਾਂ ਦੀ ਚਾਲ ਅਜੇ ਵੀ ਚੱਲੀ ਜਾ ਰਹੀ ਹੈ। ਜੋ ਭਗਤ ਨਾਮਦੇਵ ਜੀ ਕੇਸਾ ਧਾਰੀ ਹੋਏ ਹਨ, ਪਰ ਇੱਥੇ ਜੋ ਇਹਨਾਂ ਦੇ ਤੁਸੀਂ ਸਰੂਪ ਦੇਖਦੇ ਹੋ, ਉਹ ਕਲੀਨ ਸ਼ੇਵ ਹੈ। ਪਰ ਜਿੰਨੇ ਵੀ ਭਗਤ ਹੋਏ ਹਨ, ਗੁਰੂ ਹੋਏ ਹਨ, ਕਿਸੇ ਵੀ ਧਰਮ ਦੇ ਹੋਏ ਹਨ, ਪੀਰ ਪੈਗੰਬਰ ਹੋਏ ਹਨ, ਜਿੰਨੇ ਵੀ ਅਵਤਾਰ ਹੋਏ ਹਨ, ਸਾਰੇ ਕੇਸਾ ਧਾਰੀ ਹੋਏ ਹਨ। ਸੋ ਆਪ ਜੀ ਨੂੰ ਭਗਤ ਨਾਮਦੇਵ ਜੀ ਦੇ ਅਸਲੀ ਸਰੂਪ ਵੀ ਦਿਖਾਵਾਂਗੇ। ਪਰ ਆ ਜੋ ਦਿਹਰਾ ਹੈ, ਆਪ ਦਰਸ਼ਨ ਕਰੋਗੇ, ਜੋ ਆ ਅਸਲੀ ਚੜ੍ਹਦੇ ਵਾਲੇ ਪਾਸੇ ਇਸ ਮੰਦਰ ਦਾ ਦਰਵਾਜ਼ਾ ਸੀ, ਜਿੱਥੇ ਭਗਤ ਨਾਮਦੇਵ ਜੀ ਆ ਕੇ ਉਸ ਪਰਮਾਤਮਾ ਦੇ ਗੁਣ ਗਾਇਆ ਕਰਦੇ ਸਨ। ਇਹ ਪਹਿਲਾਂ ਚੜ੍ਹਦੇ ਵਾਲੇ ਪਾਸੇ ਸੀ। ਤੇ ਉਹ ਜਾਤ ਦੇ ਅਭਿਮਾਨੀ ਬ੍ਰਾਹਮਣਾਂ ਨੇ ਭਗਤ ਨਾਮਦੇਵ ਜੀ ਨੂੰ ਚੁੱਕ ਕੇ ਪਾਸੇ ਕਰ ਦਿੱਤਾ ਕਿ ਤੂੰ ਪਰਮਾਤਮਾ ਦਾ ਨਾਮ ਨਹੀਂ ਲੈ ਸਕਦਾ, ਤੂੰ ਨੀਵੀਂ ਜਾਤ ਦਾ ਹੈ। ਬੜਾ ਬੁਰਾ ਭਲਾ ਕਿਹਾ, ਮੰਦੇ ਸ਼ਬਦ ਬੋਲੇ ਹੈ। ਭਗਤ ਨਾਮਦੇਵ ਜੀ ਨਿਰਾਸ਼ ਹੋਏ ਹੈ ਤੇ ਪਰਮਾਤਮਾ ਨੂੰ ਲਾਂਭਾ ਵੀ ਦਿੰਦੇ ਹੈ। ਜੋ ਗੁਰਬਾਣੀ ਦੇ ਵਿੱਚ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਪੰਕਤੀਆਂ ਦਰਜ ਹਨ। ਹੁਣ ਉਸ ਸਮੇਂ ਜੋ ਇਸ ਦਿਹਰੇ ਨੂੰ ਤੁਸੀਂ ਦੇਖ ਰਹੇ ਹੋ, ਇਹ ਮੰਦਰ ਦੇ ਦਰਸ਼ਨ ਕਰ ਰਹੇ ਹੋ, ਇਸ ਦਾ ਦਰਵਾਜ਼ਾ ਸੀ ਜੋ ਮੇਨ, ਉਹ ਚੜ੍ਹਦੇ ਵਾਲੇ ਪਾਸੇ ਸੀ। ਤੇ ਭਗਤ ਨਾਮਦੇਵ ਜੀ ਨੂੰ ਜਦੋਂ ਉਠਾਇਆ ਗਿਆ ਤੇ ਭਗਤ ਨਾਮਦੇਵ ਜੀ ਛਿਪਦੇ ਵਾਲੇ ਪਾਸੇ, ਜੋ ਮੰਦਰ ਦੀ ਬੈਕ ਸਾਈਡ ਸੀ, ਪਿਛਲੇ ਪਾਸੇ ਜਾ ਕੇ ਬੈਠ ਗਏ ਹਨ। ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਕਿ ਤੁਸੀਂ ਨਾਮ ਨਹੀਂ ਜਪ ਸਕਦੇ, ਤੁਸੀਂ ਇੱਥੇ ਬੈਠ ਨਹੀਂ ਸਕਦੇ, ਤੁਹਾਨੂੰ ਕੋਈ ਅਧਿਕਾਰ ਨਹੀਂ। ਜਦੋਂ ਇਹ ਗੱਲਾਂ ਬ੍ਰਾਹਮਣ ਨੇ ਕਹੀਆਂ ਤੇ ਭਗਤ ਨਾਮਦੇਵ ਜੀ
इस दिहोर दे मगरले पासे जाके बैठ गए है। हुण भगत नामदेव जी परमात्मा नूं कहंदे है, हस्त खेलत ते दिहोरे आया, भगत करत नामा पकर उठाया। हे परमात्मा, मैं बड़े चाह दे नाल तेरे मंदिर आया सी, मन दे विच बड़ी खुशी सी, तेरे दर्शन करन दा चाह सी। दिहोरा कहंदे मंदिर नूं कि तेरे दर ते आया, भगत कारत नामा पकर उठाया, कि तेरी मैं आराधना करदा सी, तेरी उस्तत करदा सी, वडियाई करदा सी, पर इन्हां ब्राह्मणां ने मेरी नीवीं जात समझ के मैनू इथों उठा दिता है कि तू भगती नहीं कर सकदा, तू परमात्मा दा जस नहीं कर सकदा, ते मैनू तेरी भगती करदे नूं बाहों फड़ के इन्हां ने पासे सुट दिता है। ते अगे भगत जी कहंदे हन, हिनड़ी जात मेरी जाद मराया, छिपे के जन्म काहे को आया रहाओ। हिनड़ी जात भाव की नीवीं जात, जाद मराया, जो भगत ਜਾਂ भगवान कृष्ण जी होए ਹਨ, ਉਹਨਾਂ ਦੀ ਕੁੱਲ ਜਾਦਵ ਸੀ। ਤੇ ਅਸੀਂ ਕਹਿੰਦੇ ਨੇ, ਹੇ ਕ੍ਰਿਸ਼ਨ, ਜਾਦਵ ਕੁਲ ਦੇ ਸ਼੍ਰੋਮਣੀ, ਸੋ ਜਾਤਾਂ ਪਾਤਾਂ ਤੇਰੀਆਂ ਬਣਾਈਆਂ ਨਹੀਂ, ਇਹਨਾਂ ਲੋਕਾਂ ਨੇ ਬਣਾਈਆਂ। ਤੇ ਜੇ ਮੇਰੀ ਜਾਤ ਨੀਵੀਂ ਹੈ, ਤੇ ਇਸ ਨੀਵੀਂ ਜਾਤ ਦੇ ਵਿੱਚ ਮੈਨੂੰ ਜਨਮ ਕਿਉਂ ਦਿੱਤਾ? ਜੇ ਮੈਂ ਤੇਰੀ ਭਗਤੀ ਨਹੀਂ ਕਰ ਸਕਦਾ, ਤੇਰੀ ਬੰਦਗੀ ਨਹੀਂ ਕਰ ਸਕਦਾ, ਤੇ ਮੇਰਾ ਜਨਮ ਕਿਉਂ ਹੋਇਆ? हे प्रभु, मैं शिंबियां दे घर क्यों जन्म लिया? ते जिस जातां पातां नहीं, ते फिर मैनू दर्शन दे। लै कमली चलियो पलटाए, दिहोरा पाशै बैठा जाए। ਤੇ ਮੈਂ ਆਪਣੀ ਕੰਬਲੀ ਲੈ ਕੇ ਮੁੜ ਕੇ ਤੁਰ ਪਿਆ। ਭਾਵ ਕਿ ਜਦੋਂ ਉਹਨਾਂ ਦੀਆਂ ਬ੍ਰਾਹਮਣਾਂ ਦੀਆਂ ਗੱਲਾਂ ਸੁਣੀਆਂ, ਜੋ ਬਚਨ ਉਹਨਾਂ ਨੇ ਕਹੇ ਹੈ, ਮੰਦੇ ਸ਼ਬਦ ਬੋਲੇ ਹੈ, ਤੇ ਉੱਥੋਂ ਬੈਠਾ ਹੈ ਫਿਰ ਭਗਤ ਨਾਮਦੇਵ ਜੀ ਇਹ ਗੱਲਾਂ ਕਹਿ ਕੇ, ਜੋ ਗੁਰਬਾਣੀ 'ਚ ਅੱਜ ਦਰਜ ਹਨ, ਤੇ ਕਹਿਣ ਲੱਗਿਆ ਕਿ ਮੈਂ ਹੁਣ ਤੇਰੇ ਮੰਦਰ ਦੇ ਪਿਛਲੇ ਪਾਸੇ ਜਾ ਕੇ ਬਹਿ ਗਿਆ। ਹੁਣ ਤੇਰਾ ਜੋ ਦੁਆਰ ਸੀ ਮੰਦਰ ਦਾ, ਮੈਂ ਉਹਨੂੰ ਛੱਡ ਦਿੱਤਾ ਹੈ, ਤੇ ਇਸ ਮੰਦਰ ਦੇ ਪਿਛਲੇ ਪਾਸੇ ਮੈਂ ਬੈਠਾ ਤੈਨੂੰ ਨਾ ਜਪ ਰਿਹਾ। ਤੇ ਹੁਣ ਇੱਥੇ ਕਹਿੰਦੇ ਨੇ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਿਨ੍ਹਾਂ ਕੋ ਦਿਹੋਰਾ ਫਿਰੈ। ਹੁਣ ਬੜੇ ਮਾਨਮੱਤੀ ਜੋ ਲੋਕ ਹਨ, ਕਹਿੰਦੇ ਕਿ ਦਿਹੋਰਾ ਫਿਰਿਆ ਨਹੀਂ, ਇਹ ਹੋ ਨਹੀਂ ਸਕਦਾ। ਪਰ ਅਸੀਂ ਇੱਥੇ ਦੇਖਿਆ, ਇਹਨਾਂ ਪੰਡਤਾਂ ਨੂੰ ਵੀ ਮਿਲੇ ਹਾਂ, ਉਹਨਾਂ ਤੋਂ ਸਾਰਾ ਇਤਿਹਾਸ ਪੁੱਛਿਆ,
ਤੇ ਕਹਿਣ ਲੱਗੇ ਕਿ ਸੱਚ ਹੈ ਜੋ ਕਹਿੰਦੇ ਵੀ ਇਹ ਮੇਨ ਦਰਵਾਜ਼ਾ ਸੀ ਦਿਹੋਰੇ ਦਾ ਇਸ ਮੰਦਰ ਦਾ, ਪਹਿਲਾਂ ਚੜ੍ਹਦੇ ਵਾਲੇ ਪਾਸੇ ਸੀ ਤੇ ਹੁਣ ਛਿਪਦੇ ਵਾਲੇ ਪਾਸੇ ਹੈ, ਜੋ ਆਪ ਜੀ ਨੇ ਦਰਸ਼ਨ ਕੀਤੇ ਹੈ। ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਕਹਿੰਦੇ ਨੇ ਪ੍ਰਮਾਤਮਾ ਨੇ ਐਸੀ ਖੇਡ ਵਰਤਾਈ ਹੈ ਕਿ ਜਿਵੇਂ ਜਿਵੇਂ ਭਗਤ ਨਾਮਦੇਵ ਜੀ ਆਪਣੇ ਪ੍ਰਭੂ ਦੇ, ਆਪਣੇ ਬੀਠੋਲ ਦੇ ਗੁਣ ਗਾਉਂਦਾ ਹੈ, ਭਗਤ ਜਿੰਨਾ ਕੋ ਦਿਹੋਰਾ ਫਿਰੈ। ਕਹਿੰਦੇ ਉਸੇ ਸਮੇਂ ਭਗਤ ਨਾਮਦੇਵ ਜੀ ਦੀ ਫਰਿਆਦ ਉਸ ਪਰਮਾਤਮਾ ਨੇ ਸੁਣੀ ਹੈ, ਤੇ ਕਿਉਂਕਿ ਭਗਤ ਜੋ ਆਪਣੇ ਪਰਮਾਤਮਾ ਨੂੰ ਸਭ ਤੋਂ ਵੱਧ ਪਿਆਰੇ ਹੁੰਦੇ ਹੈ, ਤੇ ਪਰਮਾਤਮਾ ਨੇ ਆਪਣੇ ਭਗਤ ਦੀ ਸੁਣੀ ਹੈ, ਤੇ ਜੋ ਚੜ੍ਹਦੇ ਵਾਲੇ ਪਾਸੇ ਸੀ ਮੇਨ ਦਰਵਾਜ਼ਾ ਸੀ ਉਹ ਘੁੰਮ ਗਿਆ, ਉਹ ਫਿਰ ਕੇ ਚੜ੍ਹਦੇ ਵਾਲੇ ਪਾਸੇ ਤੋਂ ਛਿਪਦੇ ਵਾਲੇ ਪਾਸੇ ਹੋ ਗਿਆ। ਸਾਰੇ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਭਗਤਾਂ ਦੀ ਵਡਿਆਈ ਹੈ, ਜਿਨ੍ਹਾਂ ਨੇ ਹਿਰਦੇ ਦੇ ਨਾਲ ਜਪਿਆ ਉਸ ਪਰਮਾਤਮਾ ਨੂੰ, ਲੋਕ ਲੱਜੋ ਨਹੀਂ। ਗੁਰਮ ਪਿਆਰਿਓ, ਜਿਸ ਸਮੇਂ ਇਹ ਦਿਹੋਰਾ ਫਿਰਿਆ, ਭਗਤ ਨਾਮਦੇਵ ਜੀ ਬੈਠੇ ਹੈ ਤੇ ਦਿਹੋਰਾ ਫਿਰਨ ਸਾਰ ਉਸ ਅਸਥਾਨ ਤੇ ਉਸ ਭਗਵਾਨ ਦੇ ਦਰਸ਼ਨ ਹੋਏ ਹੈ ਤੇ ਭਗਤ ਨਾਮਦੇਵ ਜੀ ਚਰਨੀ ਡਿੱਗੇ ਹੈ, ਤੇ ਪੰਡਤ ਹੱਕੇ ਬੱਕੇ ਰਹਿ ਗਏ ਹੈ, ਨਿੰਮੋ ਝੂੰਡੇ ਹੋਏ ਹੈ। ਬੜੀ ਸ਼ਰਮਿੰਦਗੀ ਮਹਿਸੂਸ ਕੀਤੀ ਹੈ ਕਿ ਇੱਕ ਨੀਵੀਂ ਜਾਤ ਦਾ ਹੋ ਕੇ ਵੀ ਇਹਨੇ ਕਿਸ ਤਰ੍ਹਾਂ ਪਰਮਾਤਮਾ ਨੂੰ ਪਾਇਆ, ਇਹ ਕੀ ਕੌਤਕ ਵਰਤਿਆ। ਤੇ ਸਾਰੇ ਜੋ ਵੱਡੇ ਵੱਡੇ ਪੰਡਤ ਆਪਣੇ ਆਪ ਨੂੰ ਚੰਗੇ ਵਿਦਵਾਨ ਅਖਵਾਉਂਦੇ ਸੀ, ਤੇ ਉਸ ਸਮੇਂ ਭਗਤ ਨਾਮਦੇਵ ਜੀ ਦੇ ਚਰਨੀ ਪਏ ਹੈ। ਪਰ ਅੱਜ ਵੀ ਪਿਆਰੀ ਸਾਧ ਸੰਗਤ ਜੀਓ, ਇਹਨਾਂ ਪੰਡਤਾਂ ਦਾ, ਇਹਨਾਂ ਬ੍ਰਾਹਮਣਾਂ ਦਾ ਬੋਲ ਬਾਲਾ ਹੈ, ਜੋ ਇਸ ਸਥਾਨ 'ਤੇ ਕੋਈ ਗੁਰਦੁਆਰਾ ਨਹੀਂ ਹੈ, ਸਾਰੇ ਇਹ ਪੰਡਤਾਂ ਦੇ, ਬ੍ਰਾਹਮਣਾਂ ਦੇ ਅਧੀਨ ਹਨ। ਭਾਵੇਂ ਗੁਰਬਾਣੀ ਦੇ ਵਿੱਚ ਭਗਤ ਨਾਮਦੇਵ ਜੀ ਦੀ ਗੁਰਬਾਣੀ ਆਈ ਹੈ, ਸਾਰਾ ਚਾਨਣ ਕੀਤਾ ਹੈ, ਪਰ ਇਸ ਸਥਾਨ 'ਤੇ ਬ੍ਰਾਹਮਣਾਂ ਦਾ ਬੋਲ ਬਾਲਾ ਹੈ। ਜੋ ਆਪ ਜੀ ਦਰਸ਼ਨ ਕਰ ਰਹੇ ਹੋ, ਸੱਚਮੁੱਚ ਹੀ ਇਸ ਦਿਹੋਰੇ ਨੂੰ ਫੇਰਿਆ ਗਿਆ ਸੀ। ਉਸ ਪਰਮਾਤਮਾ ਨੇ ਭਗਤਾਂ ਨੂੰ ਵਡਿਆਈ ਦਿੱਤੀ ਹੈ, ਜੋ ਸੱਚੇ ਦਿਲੋਂ ਪਰਮਾਤਮਾ ਨੂੰ ਆਰਾਧਦੇ ਹਨ, ਉਸ ਦੀ ਬੰਦਗੀ ਕਰਦੇ ਹਨ, ਤੇ ਦੁਨੀਆ ਭਾਵੇਂ ਪੂਰਾ ਜ਼ੋਰ ਲਾ ਲਵੇ ਪਰ ਭਗਤਾਂ ਦਾ ਵਾਲ ਵੀ ਵਿੰਗਾ ਨਹੀਂ ਹੋਣ ਦਿੰਦੇ। ਜੋ ਪਰਮਾਤਮਾ ਨੂੰ ਸਾਖਸ਼ਾਤ ਹਾਜ਼ਰ ਨਾਜ਼ਰ ਮੰਨਦੇ ਹਨ, ਤੇ ਪਰਮਾਤਮਾ ਵੀ ਉਹਨਾਂ ਦੀ ਕਿਰਪਾ ਕਰਦਾ ਹੈ, ਤੇ ਆਪਣੇ ਭਗਤਾਂ ਨੂੰ ਕੁਝ ਹੋਣ ਨਹੀਂ ਦਿੰਦੇ। ਤੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਜੋ ਭਗਤ ਨਾਮਦੇਵ ਜੀ ਦਾ ਅਸਲੀ ਜਨਮ ਸਥਾਨ ਸੀ, ਤੇ ਭਗਤ ਨਾਮਦੇਵ ਜੀ ਦਾ ਜੋ ਮੇਨ ਘਰ ਸੀ ਉਹ ਵੀ ਦਿਖਾਵਾਂਗੇ। ਤੇ ਜੋ ਅਸੀਂ ਜਿੱਥੇ ਸਭ ਤੋਂ ਪਹਿਲਾਂ ਇੱਕ ਹੋਰ ਮੰਦਰ ਆਵੇਗਾ, ਜਿਸ ਦੇ ਵਿੱਚ ਭਗਤ ਨਾਮਦੇਵ ਜੀ ਨੇ ਭਗਵਾਨ ਨੂੰ ਦੁੱਧ ਪਿਆਇਆ ਸੀ। ਸੋ ਅੱਜ ਦੀ ਇੱਥੇ ਸਮਾਪਤੀ ਹੈ। ਜੋ ਆਪ ਜੀ ਨੇ ਦਰਸ਼ਨ ਕੀਤੇ ਹਨ, ਇਹ ਉਹ ਦਿਹੋਰਾ ਹੈ ਜਿੱਥੇ ਭਗਤ ਨਾਮਦੇਵ ਜੀ ਨੇ ਬੰਦਗੀ ਕੀਤੀ, ਪਰਮਾਤਮਾ ਦੇ ਦਰਸ਼ਨ ਕੀਤੇ, ਤੇ ਇਹਨਾਂ ਪੰਡਤਾਂ ਦਾ ਹੰਕਾਰ ਤੋੜਿਆ। ਅੱਜ ਦੀ ਇੱਥੇ ਸਮਾਪਤੀ ਹੈ। ਹੋਈਆਂ ਭੁੱਲਾਂ ਦੀ ਖਿਮਾ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।